सर हाँ जी। सर हाँ जी। सर ਜਿਹੜੇ ਤੁਸੀਂ ਅੱਜ क्वेश्चन भेजे ने टाइप ए ਤੋਂ ਹੀ शुरू करने ने हो जाएंगे, इजीली हो जाएंगे बच्चे टाइप ए तो। कितने तक सर कल शाम तक कर दो। आई गेस 17-18 क्वेश्चंस ने, कुछ क्वेश्चंस आज ਇੱਥੇ डिस्कस हो जाएंगे अपने को जिन्ना टाइम बचूगा। नहीं सर किहड़ी टाइप सारे बिफोर मिसलिनियस। ओके सर गुड इवनिंग सर गुड ਈਵਨਿੰਗ जी। क्वेश्चन ਦੀ स्टेटमेंट देख लो बच्चे। देखते हैं ਕਿਹੜਾ ਸਭ ਤੋਂ ਪਹਿਲਾਂ सर जी गुड इवनिंग सर मैंने एक क्वेश्चन पूछा सी मैं एक्चुअल ਚ ਬਿਜ਼ੀ ਸੀ, ਮੈਂ ਪ੍ਰੋਪਰਲੀ ਕੁਐਸਚਨ ਦੇਖ ਨਹੀਂ ਸਕਿਆ। ਚਲੋ ਮੈਂ ਕੋਈ ਨਾ, ਤੁਸੀਂ ਕੁਐਸਚਨ ਕਰੋ, ਮੈਂ ਦੇਖ ਲੈਣਾ ਕੁਝ स्टेटमेंट, ਫਿਰ ਮੈਂ ਡਿਸਕਸ ਕਰ ਲੈਣਾ। ओके सर ओके ਆਪਣੇ ਕੋਲ ਇੱਕ ਬੋਡੀ ਹੈ ਪੁਆਇੰਟ ਬੀ ਤੇ, ਉਸਨੂੰ ਇੱਥੇ ਡ੍ਰੌਪ ਕੀਤਾ ਹੈ, ਤਾਂ ਪੁਆਇੰਟ ਬੀ ਦੀ ਸਪੀਡ ਕਿੰਨੀ ਹੋ ਜੂਗੀ? 0। ਸਟੇਟਮੈਂਟ ਸੇਮ ਹੈ, ਫਾਈਂਡ ਦ ਵੈਲੋਸਿਟੀ ਆਫ ਬੋਡੀ when it reaches surface of earth। ਜਦੋਂ ਸਰਫੇਸ ਆਫ ਅਰਥ ਤੇ ਪਹੁੰਚੂਗੀ ਤਾਂ ਕਿੰਨੀ ਸਪੀਡ ਤੇ ਪਹੁੰਚੂਗੀ, ਜਿਵੇਂ ਆਪਾਂ ਕੱਲ ਕੀਤਾ ਸੀ ਉਵੇਂ ਕਰਨਾ। ਕਰੋ ਟਰਾਈ। ਪੁਆਇੰਟ ਬੀ ਤੋਂ ਆਪਾਂ ਨੇ ਬੋਡੀ ਨੂੰ ਰਿਲੀਜ਼ ਕੀਤਾ, ਪੁਆਇੰਟ ਏ ਤੇ ਆਣਾ, ਕਿਸ ਸਪੀਡ ਤੇ ਸਟ੍ਰਾਈਕ ਕਰੂ, ਉਹ ਚੀਜ਼ ਆਪਾਂ ਨੇ ਫਿਗਰ ਆਊਟ ਕਰਨੀ ਹੈ। ਜਿਹੜਾ ਆਹ ਕੁਐਸਚਨ, ਤਨਵੀ ਆਵਾਜ਼ ਆ ਰਹੀ ਹੈ ਬੱਚੇ? यस सर ਚਲੋ ਸੁਣ ਲਓ, ਜੋ ਤਨਵੀ ਨੇ ਕੁਐਸਚਨ ਪੁੱਛਿਆ ਸਿੰਪਲ ਜਿਹਾ ਕੁਐਸਚਨ ਹੈ, ਇਹਦਾ ਆਨਸਰ ਆਊਗਾ 7th ਯੂਨਿਟ 'ਚ। ਐਕਸਪਲੇਨ ਮੈਂ ਹੁਣ ਕਰ ਦੇਣਾ। ਆਪਾਂ ਨੇ ਕੀ ਕੀਤਾ, ਐਵੇਂ ਇੱਕ ਰੱਸੀ ਬੰਨ ਲਈ, ਛੱਤ ਤੇ ਬੰਨ ਲਈ, ਨੀਚੇ ਬੰਨਤੀ, ਫਿਰ ਆਪਾਂ ਨਾ ਇੱਥੇ ਪਾਣੀ ਡੋਲਦੇ ਹਾਂ ਥੋੜਾ ਜਿਹਾ, ਤਾਂ ਪਾਣੀ ਡੋਲਣ 'ਚ ਸਭ ਤੋਂ ਪਹਿਲਾਂ ਤਾਂ ਗਿੱਲੀ ਹੋ ਜੂਗੀ ਰੱਸੀ। ਉਸ ਤੋਂ ਬਾਅਦ ਕੀ ਹੋਊਗਾ, ਪਾਣੀ ਨੀਚੇ ਨਹੀਂ ਜਾਊਗਾ, ਉਹ ਐਵੇਂ ਐਵੇਂ ਜਾਈ ਜਾਊਗਾ ਉੱਪਰ ਉੱਪਰ। ਸਟੇਟਮੈਂਟ ਇਹ ਹੈ, ਤੇ ਇਹਦਾ ਰੀਜ਼ਨ ਦੱਸਣਾ। ਕੁਐਸਚਨ ਪਤਾ ਲੱਗ ਗਿਆ ਕੀ ਹੈ? ਜਦੋਂ ਆਪਾਂ ਰੋਪ ਨੂੰ ਇਸ ਤਰੀਕੇ ਨਾਲ, ਇਹ ਵਾਲ ਹੈ, ਨੀਚੇ ਗਰਾਊਂਡ ਹੈ, ਰੋਪ ਨੂੰ ਇਸ ਤਰੀਕੇ ਨਾਲ ਆਪਾਂ ਬੰਨਦੇ ਹਾਂ, ਤਾਂ ਇਸ ਰੋਪ ਦੇ ਉੱਤੇ ਜਦੋਂ ਆਪਾਂ ਪਾਣੀ ਦੀ ਡ੍ਰੌਪਸ ਡਿਪ ਕਰਾਂਗੇ, ਲੈਟਸ ਸੇ ਇਹ ਪੋਲੀਥੀਨ ਟਾਈਪ ਦੀ ਰੋਪ ਹੈ ਜਿਸ ਦੇ ਉੱਤੇ ਪਾਣੀ ਨੂੰ ਐਬਜ਼ੌਰਬ ਨਹੀਂ ਕਰਦੀ, ਤਾਂ ਜਿਹੜਾ ਪਾਣੀ ਦੀ ਡ੍ਰੌਪਸ ਨੇ ਦੈਟ ਵੁੱਡ ਮੂਵ ਵਿਦ ਰੋਪ, ਉਹ ਨੀਚੇ ਨਹੀਂ ਗਿਰਨਗੀਆਂ, ਉਹ ਐਵੇਂ ਮੂਵ ਕਰਨਗੀਆਂ। ਕੋਈ ਐਕਸਪਲੇਨ ਕਰ ਸਕਦਾ ਕਿਉਂ? ਐਕਸਪਲੇਨ ਤਾਂ ਬਾਅਦ 'ਚ ਮੈਂ ਕਰੂੰਗਾ, ਤੁਸੀਂ ਲਾਓ ਦਿਮਾਗ ਜੇ ਤੁਹਾਨੂੰ ਆਵਾਜ਼ ਆ ਰਹੀ ਹੈ ਪ੍ਰੋਪਰਲੀ। ਐਨੀਵਨ, ਜਿਹੜੇ ਮਰਜ਼ੀ ਲੌਜਿਕ ਤੋਂ ਦੱਸੋ, ਕੋਈ ਪ੍ਰੋਬਲਮ ਨਹੀਂ। ਸਰ ਉਹਨੂੰ ਸਹਾਰਾ ਮਿਲਿਆ ਹੋਇਆ ਉਹਦੇ ਵਾਸਤੇ ਸਰਫੇਸ ਬਣ ਗਈ ਉਹ ਚਲੋ ਸਰਫੇਸ ਤੋਂ ਫਲੂਇਡਿਟੀ ਨਾਲ ਜਾ ਰਹੀ ਹੈ ਗੁੱਡ, ਨਾਈਸ। ਐਨੀਵਨ ਐਲਸ? ਹੋਰ ਕਿਸੇ ਦਾ ਦਿਮਾਗ ਨਹੀਂ ਚੱਲਦਾ? ਅੱਛਾ, ਇੱਕ ਕੰਸੈਪਟ ਹੁੰਦਾ ਆਪਣੇ ਕੋਲ ਸਰਫੇਸ ਟੈਂਸ਼ਨ ਦਾ, ਉਹ ਆਪਾਂ ਨਾ 7th ਯੂਨਿਟ 'ਚ ਕਰਾਂਗੇ, 6 ਤੋਂ ਬਾਅਦ ਆਊਗਾ ਸਰਫੇਸ ਟੈਂਸ਼ਨ। ਜਾਂ ਫਿਰ ਸਮਝੋ ਕਿ ਜਦੋਂ ਡ੍ਰੌਪ ਨੇ ਇਸ ਰੋਪ ਨੂੰ ਟੱਚ ਕੀਤਾ ਤਾਂ ਰੋਪ ਤੇ ਪਾਣੀ ਦੇ ਵਿਚਕਾਰ ਕੁਛ ਨਾ ਕੁਛ ਤਾਂ ਅਟਰੈਕਸ਼ਨ ਹੋਊਗੀ। ਲੌਜਿਕ, ਜਿਵੇਂ ਆਪਾਂ ਜੇ ਦੀਵਾਰ ਦੇ ਉੱਤੇ ਪਾਣੀ ਸਪ੍ਰਿੰਕਲ ਕਰਦੇ ਹਾਂ, ਸਪਰੇ ਕਰਦੇ ਹਾਂ, ਤਾਂ ਪਾਣੀ ਜੋ ਹੁੰਦਾ ਉਹ ਦੀਵਾਰ ਦੇ ਉੱਤੇ ਖੜਦਾ ਹੈ ਜਾਂ ਨੀਚੇ ਗਿਰ ਜਾਂਦਾ ਹੈ? ਜੇ ਆਪਾਂ ਵਾਲ ਦੇ ਉੱਤੇ ਸਪਰੇ ਕਰੀਏ, ਸਰ ਦੀਵਾਰ ਤੋਂ ਉੱਤਰੀ ਜਾਂਦਾ ਹੁੰਦਾ ਨੀਚੇ ਆ ਜਾਂਦਾ ਸਪਰੇ ਕਰਨ ਨੂੰ ਕਹਿ ਰਿਹਾ ਮੈਂ, ਪਾਣੀ ਪਾਈਪ ਚੱਕ ਕੇ ਡੋਲਣ ਨੂੰ ਨਹੀਂ ਕਹਿ ਰਿਹਾ, ਉਹ ਤਾਂ ਨੀਚੇ ਡੁੱਲੂਗਾ। ਜੇ ਆਪਾਂ ਗੱਲ ਕਰੀਏ ਸਪਰੇ ਕਰਨ ਦੀ, ਹਲਕਾ ਹਲਕੀ ਪਾਰਟੀਕਲਸ ਨੇ, ਬਬਲਸ ਨੇ ਛੋਟੇ ਛੋਟੇ, ਤਾਂ ਸਟਿਕ ਕਰਨਗੇ। ਸਰ ਯਸ ਸਰ ਸਟਿਕ ਕਰਨਗੇ ਉਹ ਉਸੇ ਫੋਰਸ ਨਾਲ, ਜਿਸ ਫੋਰਸ ਨਾਲ ਵਾਟਰ ਦੇ ਛੋਟੇ ਜਿਹੇ ਪਾਰਟੀਕਲਸ ਵਾਲ ਨੂੰ
ਸਟਿਕ ਕਰਦੇ ਨੇ ਉਸੇ ਫੋਰਸ ਨਾਲ ਉਹ ਰੱਸੀ ਨੂੰ ਸਟਿਕ ਕਰਨਗੇ ਤਾਂ ਆਪਣੇ ਕੋਲ ਉਸ ਫੋਰਸ ਨੂੰ ਕਹਿੰਦੇ ਆਪਾਂ ਅਡੈਸਿਵ ਫੋਰਸ। ਇਹ 7th ਯੂਨਿਟ ਡਿਟੇਲ ਚ ਸਟੱਡੀ ਕਰਨਾ ਠੀਕ ਹੈ। ਫੈਵੀਕੋਲ ਦੇ ਉੱਤੇ ਲਿਖਿਆ ਹੁੰਦਾ ਅਡੈਸਿਵ, ਤਾਂ ਕੋਈ ਵੀ ਚੀਜ਼ ਜੋ ਦੋ ਸਰਫੇਸ ਨੂੰ ਅਟੈਚ ਕਰ ਦਿੰਦੇ ਉਸ ਨੂੰ ਆਪਾਂ ਕਹਿੰਦੇ ਅਡੈਸਿਵ। ਬਟ ਨੋਰਮਲ ਹਰ ਇੱਕ ਬੋਡੀ 'ਚ ਕੁਛ ਨਾ ਕੁਛ ਅਡੈਸਿਵਨੈਸ ਹੁੰਦੀ ਹੈ, ਤਾਂ ਵਾਟਰ ਕੀ ਕਰੂਗਾ ਇਸ ਰੱਸੀ ਨਾਲ ਚੱਲ ਕੇ ਨੀਚੇ ਨੀਚੇ ਜਾਣਾ ਸਟਾਰਟ ਕਰੂਗਾ ਡਿਊ ਟੂ ਅਡੈਸਿਵ ਫੋਰਸਿਸ। ਠੀਕ ਹੈ। ਓਕੇ ਸਰ। ਇੱਕ ਇਹਦਾ ਸਰਫੇਸ ਟੈਂਸ਼ਨ ਹੁੰਦਾ, ਇੱਕ ਸਰ ਸਟੈਪ ਬਾय ਸਟੈਪ ਆਊਗਾ। ਹਾਂਜੀ ਕਿਸੇ ਨੇ ਹੁਣ ਕੁਝ ਸਰ ਇਹ ਵੀਡੀਓ ਪਾਗਲ ਅੱਜ ਦੀ ਕਲਾਸ ਤੇ ਸਰ ਬਹੁਤ ਜ਼ਿਆਦਾ ਨੈਟਵਰਕ ਪ੍ਰੋਬਲਮ ਆ ਰਹੀ ਆ। ਵੀਡੀਓ ਤਾਂ ਬੱਚੇ ਰੈਗੂਲਰ ਪੈ ਜਾਂਦੀ ਹੁੰਦੀ ਹੈ, ਹੁਣ ਵੀ ਰਿਕਾਰਡ ਹੋ ਰਹੀ ਹੈ। ਹਾਂਜੀ ਸਰ ਪਾ ਦਿਓ। ਰੈਗੂਲਰ ਪਾਣਾ ਹੁੰਦਾ ਬੱਚੇ, ਕਿਉਂਕਿ ਰੈਗੂਲਰ ਕੁਛ ਨਾ ਕੁਛ ਪ੍ਰੋਬਲਮ ਹੁੰਦੀ ਹੈ ਹਰੇਕ ਦੀ, ਮੈਨੂੰ ਵੀ ਪਤਾ ਹੈ, ਇਸ ਲਈ ਮੈਂ ਪਾਣਾ ਹੁੰਦਾ। ਕੋਈ ਨਾ ਤੁਸੀਂ ਕੁਐਸਚਨ ਤਾਂ ਕਰੋ, ਜਿੰਨਾ ਕੁ ਤੁਹਾਨੂੰ ਸਮਝ ਆਉਂਦਾ ਉਹਨਾਂ ਦਾ ਟਰਾਈ ਕਰੋ ਬੱਚੇ। ਤਾਂ ਆਪਣੇ ਕੋਲ ਕੀ ਹੋਊਗੀ ਟੋਟਲ એનર્ਜੀ B ਤੇ ਇਕੁਅਲ ਹੋਊ ਟੋਟਲ એનર્ਜੀ ਐਟ A। ਹੋਇਆ ਕਿਸੇ ਦਾ ਸੋਲਵ? ਕੱਲ ਇਹਦੇ ਨਾਲ ਦੇ ਕੁਐਸਚਨ ਕੀਤੇ ਸੀ ਕਾਫੀ ਸਾਰੇ ਆਪਾਂ ਨੇ। ਸਰ 8 into 10 raised to power 3 meter per second। ਨਹੀਂ, ਮੇਰੇ ਕੋਲ ਆंसर ਕੁਝ ਹੋਰ ਹੈ ਬੱਚੇ। ਟੋਟਲ એનર્ਜੀ ਐਟ B ਇਜ਼ ਇਕੁਅਲ ਟੂ ਟੋਟਲ ਐਟ A। B ਤੇ ਆਪਣੇ ਕੋਲ ਟੋਟਲ ਕੀ ਹੋ ਜੂ ਪੋਟੈਂਸ਼ੀਅਲ ਪਲੱਸ ਕਾਈਨੈਟਿਕ। ਸਿਮਿਲਰਲੀ A ਤੇ ਕੀ ਹੋ ਜੂ ਪੋਟੈਂਸ਼ੀਅਲ ਪਲੱਸ ਕਾਈਨੈਟਿਕ। ਪੋਟੈਂਸ਼ੀਅਲ ਦਾ ਫਾਰਮੂਲਾ ਮਾਈਨਸ -Tm ਬਾय ਕਿੰਨਾ ਡਿਸਟੈਂਸ ਹੈ ਸੈਂਟਰ ਤੋਂ ਪੁਆਇੰਟ B ਦਾ? 4 ਨਹੀਂ, ਸੈਂਟਰ ਤੋਂ 4 + 1 5 ਆਹ r ਹੈ 5 r ਆਊਗਾ। ਠੀਕ ਹੈ। ਤੇ ਕਿਨੈਟਿਕ ਕਿੰਨੀ ਹੋ ਜੂ 0। ਕਿਉਂ 0 ਹੋ ਰਹੀ ਹੈ? ਬਿਕੋਜ਼ ਉਸ ਜਗ੍ਹਾ ਤੇ ਸਪੀਡ ਨਹੀਂ ਹੈ, ਕਿਉਂਕਿ ਆਪਣੇ ਕੋਲ ਡ੍ਰੌਪ ਕੀਤੀ ਹੈ ਤਾਂ ਆਪਾਂ ਨੂੰ ਸਪੀਡ ਦਿੱਤੀ ਹੋਈ 0। ਸਰਫੇਸ ਆਫ ਅਰਥ ਤੇ ਰੇਡੀਅਸ ਕਿੰਨਾ r, ਬਸ ਸੋਲਵ ਕਰ ਲਓ। ਇਸ ਨੂੰ ਇਸ ਸਾਈਡ ਲੈ ਜਾਓ, ਇਹ ਬਣ ਜੂ Gmm/r 1 - 1/5 ਇਜ਼ ਇਕੁਅਲ ਟੂ ਹਾਫ mv²। ਸੋਲਵ ਕਰੋ, m ਨਾਲ m ਕੈਂਸਲ ਹੋ ਗਿਆ। ਆਪਣੇ ਕੋਲ v²/2 ਕਿਹਦੇ ਇਕੁਅਲ ਬਣ ਗਿਆ? ਇਟ ਇਜ਼ ਇਕੁਅਲ ਟੂ Gm/r into 4/5। ਇਹੀ ਬਣਿਆ। Gm ਕਿਹਦੇ ਇਕੁਅਲ ਹੁੰਦਾ ਹੈ? G into r²। ਇਸ ਨੂੰ ਪੁੱਟ ਕਰਦੇ ਹਾਂ ਤਾਂ ਕੀ ਬਣ ਜੂ G into r²/r 4/5। ਤਾਂ r ਨਾਲ r ਕੈਂਸਲ ਹੋ ਗਿਆ, 2 ਕ੍ਰੋਸ ਮਲਟੀਪਲਾਈ ਹੋ ਜਾਊਗਾ, ਇਟ ਵੁੱਡ ਬੀ 8/5 gr। ਲੌਜਿਕ ਸਾਰਿਆਂ ਨੂੰ ਕਲੀਅਰ? ਤਾਂ ਆਪਣੇ ਕੋਲ v ਕਿਹਦੇ ਇਕੁਅਲ √8/5 gr। ਇਸ ਨੂੰ ਨੂਮੈਰੀਕਲੀ ਸੋਲਵ ਕਰੋ, ਦੇਖੋ ਕਿੰਨੀ ਵੈਲਿਊ ਬਣਦੀ ਹੈ। ਕੈਲਕੂਲੇਟਰ ਯੂਜ਼ ਕਰਨਾ ਪੈਣਾ, ਬਿਨਾਂ ਕੈਲਕੂਲੇਟਰ ਦੇ ਵੈਲਿਊ ਨਹੀਂ ਆਊਗੀ। ਮੇਰੇ ਕੋਲ ਤਾਂ ਆ ਗਿਆ ਆंसर 10 ਪੁਆਇੰਟ। ਕਿਸੇ ਦਾ ਹੋਇਆ ਸਵਾਲ? ਹੋਇਆ ਕਿਸ ਦਾ ਸੋਲਵ? ਰੇਡੀਅਸ 6400 ਕਿਲੋਮੀਟਰ ਪਾਣਾ ਹੈ ਤੇ ਗ੍ਰੈਵਿਟੀ 10 ਲੈ ਲਓ। ਇਹ ਬਣ ਜੂ 8/5 g ਦੀ ਵੈਲਿਊ ਹੋ ਜੂਗੀ 10, r ਹੋ ਜੂ 6.4 10⁻⁶। ਇਸ ਸਾਰੇ ਦਾ ਅੰਡਰਰੂਟ ਕਰਾਂਗੇ। आंसर 10.11 आ रहा है, ठीक है। ਤਾਂ ਵੀ 10 point ਸਮਥਿੰਗ ਹੈ ਵੈਸੇ, ਠੀਕ ਹੈ। 10.1 ਕਰ ਲੈਂਦੇ ਹਾਂ। ਤਾਂ ਇਸ ਨੂੰ ਸੋਲਵ ਕਰਨ ਦਾ ਮੈਥਡ ਕੀ ਹੈ? 8/5 ਹੁੰਦਾ 1.6 ਅੰਡਰਰੂਟ ਦੇ ਵਿੱਚ। ਇਸ ਪੂਰੀ ਟਰਮ ਨੂੰ ਆਪਾਂ ਸੋਲਵ ਕਰਾਂਗੇ। ਧਿਆਨ ਨਾਲ ਦੇਖੋ, 10 ਨੂੰ 64 ਤੇ 6.4 ਤੇ ਮਲਟੀਪਲਾਈ ਕੀਤਾ, ਕਿੰਨਾ ਬਣ ਗਿਆ 64। 64 ਦਾ ਅੰਡਰਰੂਟ ਕਿੰਨਾ ਹੁੰਦਾ ਆਪਣੇ ਕੋਲ 8, ਤੇ 10⁻⁶ ਦਾ ਅੰਡਰਰੂਟ ਕਿੰਨਾ ਹੋਊਗਾ 10⁻3। 10⁻3 ਨੂੰ ਕੀ ਲਿਖ ਸਕਦੇ ਹਾਂ ਆਪਾਂ? ਕਿਲੋਮੀਟਰ ਪਰ ਸੈਕਿੰਡ। ਤੇ 1.6 ਦੇ ਅੰਡਰਰੂਟ ਨੂੰ 8 ਤੇ ਮਲਟੀਪਲਾਈ ਕਰਦੇ ਹਾਂ, ਆਪਣੇ ਕੋਲ ਆ ਜਾਊ 10.1। ਕੈਲਕੂਲੇਸ਼ਨ ਸਾਰਿਆਂ ਨੂੰ ਕਲੀਅਰ? ਕੈਲਕੂਲੇਸ਼ਨ ਕਲੀਅਰ? ਯੈਸ ਸਰ। ਸਿੰਪਲ ਹੈ, ਔਖਾ ਤਾਂ ਹੈ ਨਹੀਂ। ਹੁਣ ਕਲਾਸ 'ਚ ਐਂਟਰੀ ਕਿੰਨੇ ਮਾਰੀ ਹੈ? टीशा ने या फिर मनीष ने?
लॉजिक स्टैप तो सारे ਨੂੰ ਸਿੰਪਲ ਹੀ ਹੈ, ਕਲੀਅਰ ਹੀ ਹੋਣਗੇ, ਇਸ ਤਾਂ ਕੁਝ ਹੈ ਨਹੀਂ ਸੋਚਣ ਵਾਲਾ ਵੈਸੇ। क्लियर सारे ਨੂੰ? यस सर। ਨੈਕਸਟ ਸਰ ਮੈਂ ਸਟੇਟਮੈਂਟ ਲਿਖਣ ਵਾਸਤੇ ਜਗ੍ਹਾ ਬਣਾ ਰਿਹਾ, ਜੇ ਕਿਸੇ ਦਾ ਪਿਛਲਾ ਰਿਟਨ ਵਾਲਾ ਪੈਂਡਿੰਗ ਹੈ ਨੋਟ ਕਰ ਲਓ, ਕੋਈ ਚੱਕਰ ਨਹੀਂ ਹੈਗਾ। ਕੁਐਸਚਨ ਸਪੀਡ ਤੇ ਕਰਨਾ ਮੇਰਾ ਪਰਪਸ ਇਹੀ ਹੁੰਦਾ ਕਿ ਤੁਹਾਡੀ ਕੋਈ ਪੈਂਡਿੰਗ ਨਾ ਰਹੇ ਬੱਚੇ, ਕਿ ਆਪਾਂ ਜ਼ਿਆਦਾ 2 ਕੁਐਸਚਨ ਜ਼ਿਆਦਾ ਸੋਲਵ ਕਰ ਲਈਏ। ਨੈਕਸਟ ਹੈ a body is thrown upwards with half the escape velocity. A body is thrown upward with half the escape velocity from surface of earth. Find height to which the body will rise. क्वेश्चन हो गया, किसी का पेंडिंग तो नहीं है, अपने आप दस दो। नीचला ਜਿਹੜਾ ਪਾर्ट सी ਇਹ ਤਾਂ ਕਿਸੇ ਦਾ ਪੈਂਡਿੰਗ ਨਹੀਂ ਹੈ। नो सर। चलो उपरला स्टेटमेंट रीड करो, डायग्राम ड्रॉ करो जे ਹੁੰਦੀ ਹੈ, फिर देखो की करना ਆਪਾਂ ਨੇ। क्वेश्चन जिन्ने भी है ਇਹਦੇ ਇਸੇ चीज़ ਤੇ रोटेट हो जाएंगे, एस्केप वेलोसिटी ਕੱਢ ਲਓ, हाइट ਕੱਢ ਲਓ, रेडियस गिवन है वगैरह वगैरह, बस और कुछ भी नहीं है। स्टेटमेंट सारे ਨੂੰ समझ आ गई कि ਆਪਾਂ ਨੇ हाफ द एस्केप वेलोसिटी कितनी ਹੁੰਦੀ है? एस्केप वेलोसिटी अर्थ वाली 11.2 गुड, सारे ਨੂੰ याद है, किलोमीटर पर सेकेंड। बट ਆਪਾਂ ਨੇ कितनी स्पीड ਤੇ फायर किया है? एस्केप वेलोसिटी ਦਾ हाफ, 11.2 ਦਾ हाफ। ठीक है, एक तो आ लॉजिक हो गया। दूसरा एस्केप वेलोसिटी ਦਾ फॉर्मूला ਕੀ ਹੁੰਦਾ? अंडर 2 gm/r यही ਹੁੰਦਾ। फायरिंग वेलोसिटी कितनी है अपने को? 1/2 ऑफ दिस। आ लॉजिक सारे ਨੂੰ क्लियर कि अपने कोल गिवन वेलोसिटी कितनी है? एस्केप वेलोसिटी ਦਾ 1/2। फिर आप अर्थ ड्रॉ करते हैं, दिस इज सेंटर, दिस इज पॉइंट ए, दिस इज पॉइंट बी। लेट्स एज्यूम कि ਜਦੋਂ ਆਪਾਂ ਨੇ ਬੋਡੀ ਨੂੰ पॉइंट ए तो ਉੱਪਰ ਨੂੰ ਥਰੋ ਕੀਤਾ ਵਿਦ ਸਪੀਡ va, ਤਾਂ ਇਹ ਬੋਡੀ पॉइंट बी तक गई। सारे डायग्राम समझ आ रही है कि ਆਪਾਂ ਨੇ पॉइंट ए तो बॉडी ਨੂੰ ਅਪਵਰਡ ਥਰੋ ਕੀਤਾ ਵਿਦ ਸਪੀਡ va, ਇਹ ਕਿੱਥੇ ਤੱਕ ਗਈ? ਲੈਟਸ ਸੇ बी तक एट हाइट एच, ਤਾਂ बी ਤੇ ਸਪੀਡ ਕਿੰਨੀ ਹੋਊਗੀ बॉडी ਦੀ? 0। बिल्कुल सही है। ਤਾਂ पॉइंट बी ਤੇ ਆਪਣੇ ਕੋਲ ਸਪੀਡ ਬਣ ਜੂਗੀ 0। ਆ ਲੌਜਿਕ ਸਾਰਿਆਂ ਨੂੰ ਕਲੀਅਰ ਕਿ ਜਦੋਂ ਟੌਪ ਦੇਖਦੇ ਆ ਬੋਡੀ ਨੂੰ ਫਾਇਰ ਕਰਦੇ ਆ ਉੱਪਰ ਨੂੰ ਟੌਪ ਤੇ, ਤਾਂ ਟੌਪ ਤੇ ਹਮੇਸ਼ਾ ਸਪੀਡ ਕੀ ਹੋ ਜਾਂਦੀ ਹੈ ਬੋਡੀ ਦੀ? 0, ਤਾਂ ਹੀ ਬੋਡੀ ਵਾਪਸ ਆਊਗੀ। ਇਹੀ ਹੁੰਦਾ सर की रेस्ट जो है बॉडी। बिल्कुल सही है। मतलब ਜਦੋਂ ਆਪਾਂ ਬੋਡੀ ਨੂੰ ਉੱਪਰ ਥਰੋ ਕਰਾਂਗੇ ਤਾਂ ਐਕਸਲਰੇਸ਼ਨ ਡਿਊ ਟੂ ਗ੍ਰੈਵਿਟੀ ਨੀਚੇ ਨੂੰ ਖਿੱਚੂਗੀ, ਤਾਂ ਉਹਦੀ ਸਪੀਡ ਘਟਦੀ ਜਾਊ। ਸਪੀਡ ਘਟਦੇ 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 ਉੱਪਰ ਕੀ ਹੋ ਜੂਗੀ? 0। ਜਿਸ ਟਾਈਮ ਉਸਦੀ ਸਪੀਡ 0 ਹੋਈ ਉਸ ਤੋਂ ਬਾਅਦ ਤਾਂ ਉਹ ਬੋਡੀ ਨੀਚੇ ਆਊ, ਤਾਂ ਉਸ ਜਗ੍ਹਾ ਤੇ ਹੀ ਮੈਕਸਿਮਮ ਹਾਈਟ ਹੋ। ਲੌਜਿਕ ਕਲੀਅਰ ਸਾਰਿਆਂ ਨੂੰ? बस ਹੁਣ ਕੀ टोटल एनर्जी कंजर्व करो, मतलब जिन्नी टोटल एनर्जी ए ਤੇ ਹੈ ਉਨੀ टोटल एनर्जी बी ਤੇ ਹੋ, ਜਿਵੇਂ ਆਪਾਂ ਪਹਿਲਾਂ ਕਰ ਰਹੇ ਹਾਂ। ਹੁਣ ਆ ਵੈਲਿਊ ਪੁੱਟ ਕਰਨ ਦੀ ਬਜਾਏ ਆ ਵੈਲਿਊ ਪੁੱਟ ਕਰਿਓ, ਜਲਦੀ ਆਊਗਾ ਆਨਸਰ। ਟੋਟਲ ਦਾ ਫਾਰਮੂਲਾ ਕੀ ਹੁੰਦਾ ਹੈ? पोटेंशियल प्लस काइनेटिक। टोटल ਦਾ ਫਾਰਮੂਲਾ पोटेंशियल प्लस काइनेटिक, ਆਈ ਹੁੰਦਾ। टोटल एनर्जी किहदे कोल ਹੁੰਦੀ ਹੈ? ਆਪਣੇ ਕੋਲ पोटेंशियल एनर्जी प्लस काइनेटिक एनर्जी।
पॉइंट ए ते पोटेंशियल एनर्जी कितनी हो, फॉर्मूला वैल्यू नहीं है कोई, पॉइंट ए ते कितनी होगी अपने को, -GMM/R। काइनेटिक का फॉर्मूला हाफ एम वी ए स्केयर, क्योंकि ਆਪਾਂ ਨੇ ਇਸ ਨੂੰ એનર્ਜੀ ਦਿੱਤੀ ਹੈ। B ਤੇ ਪੋਟੈਂਸ਼ੀਅਲ ਐਨਰਜੀ ਦਾ ਫਾਰਮੂਲਾ -GMM/, ਕਿੰਨਾ ਡਿਸਟੈਂਸ ਹੈ ਪੁਆਇੰਟ B ਦਾ ਸੈਂਟਰ ਤੋਂ, ਧਿਆਨ ਨਾਲ ਕਿੰਨਾ ਡਿਸਟੈਂਸ ਹੈ ਪੁਆਇੰਟ B ਦਾ ਸੈਂਟਰ ਤੋਂ, ਬਿਲਕੁਲ ਸਹੀ ਹੈ H+R। ਤੇ ਆਪਣੇ ਕੋਲ B ਤੇ ਵੈਲੋਸਿਟੀ ਕਿੰਨੀ ਹੈ 0, ਤਾਂ ਕਾਈਨੈਟਿਕ એનર્ਜੀ ਕਿੰਨੀ ਹੋਊਗੀ 0। क्लियर। फिर ਆਪਾਂ ਕੀ ਕਰਨਾ ਹੈ v ਦੀ ਵੈਲਿਊ ਪੁੱਟ ਕਰਨੀ ਆ ਵਾਲੀ ਮਾਈਨਸ ਸਰ ਵਿੱਚੋਂ ਬਾਹਰ ਕੱਟ ਲਿਆ ਤੁਹਾਡੀ। यस सर। आवाज कट क्यों रही है, नेटवर्क तो सही चल रहा है। जो भी ਤੁਸੀਂ ਬੋਲ ਰਹੇ ਹੋ ਤਾਂ ਬੋਲਣਾ ਤਾਂ ਸਰ ਕੱਟਿਆ ਹੋਇਆ ਸੁਣਦਾ। ਹੁਣ ਕੁਝ ਸਹੀ ਹੋਈ, ਹੁਣ ਕੁਝ ਸਹੀ ਹੋਈ, आवाज ਹੁਣ सही चल रही है। यस सर। ਥੋੜੀ ਜਿਹੀ ਸਰ ਉੱਚੀ ਕਰ ਦਿਓ। ਹੋਰ ਉੱਚੀ ਕਰ ਦਿੰਨੇ ਆ ਜੀ। ਹੁਣ ਠੀਕ ਹੋਈ। ਯਸ ਸਰ। ਹੁਣ ਤਾਂ ਨਹੀਂ ਆਵਾਜ਼ ਕੱਟ ਰਹੀ। नेट तो सही चल रहा है, स्पीड भी अच्छी है नेट की मतलब है। ਅੱਛਾ ਕੱਟਣ ਲੱਗ ਗਈ ਦੁਬਾਰਾ। यस सर। चलो एक क्वेश्चन कंप्लीट करो फिर मैं यूट्यूब पे लाना। ਸਰ ਹੁਣ ਤੁਹਾਡੀ ਆਵਾਜ਼ ਲੋ ਹੋ ਗਈ, ਸੁਣ ਨਹੀਂ ਰਿਹਾ। ਹੁਣ ठीक है, आवाज ਹੁਣ ठीक है। ਸਰ YouTube ਠੀਕ ਹੈ। ਹੁਣ ਤਾਂ ਕਰ ਲੋ ਬੱਚੇ, ਅੱਜ ਚਲੋ ਅੱਜ ਵਾਲਾ ਕੰਮ ਤਾਂ ਕਰ ਲੋ। ਕੱਟ ਗਿਆ ਮੈਨੂੰ ਕੁਝ ਸਮਝ ਆ ਰਿਹਾ। अच्छा इतने देखो प्लस हाफ वी ए स्केयर की वैल्यू इतने चुकनी है 1/2 का स्केयर कितना होगा 1/4 अंडर ਨੂੰ ਆਪਾਂ गायब करते हैं कितना बनूगा 2GM/R इज इक्वल टू -GMM/H+R। आवाज ਹੁਣ सही आ रही है सारिਆਂ ਨੂੰ। ਯਸ ਸਰ। शुक्र है। तो अपने को की बचा -GMM/R प्लस GMM/4R इज इक्वल टू -GMM/H+R। इतो न्यूमरेटर से देखो GMM कॉमन निकल के कैंसिल हो रहा है, न्यूमरेटर चो GMM कॉमन निकल के कैंसिल हो रहा है। तो सॉल्व करो इसमें कितना आ रहा है, तनवीर आंसर तो सही आ गया। तो अपने को बचूगा -1/R प्लस 1/4R इज इक्वल टू -1/R प्लस H। ऊपर सॉल्व कर रहे हैं मैं, तो ये बन जो अपने को 4R एल्सियम -4 + 1 इज इक्वल टू -R प्लस H। ਹੁਣ 10 ਮਿੰਟ बाद वीडियो बंद होगी, दोबारा रिकनेक्ट कर लियो। आई होप फिर प्रॉब्लम नहीं होगी ਤੁਹਾਨੂੰ। ये जो -3/4R इज इक्वल टू -R प्लस H। नेगेटिव ना नेगेटिव कैंसिल हो गया, क्रॉस मल्टीप्लाई कर देने 3R + 3H
is equal to 4r. TH is equal to 4r minus 3r. तो H is equal to R by 3. वंशिका लेट के हुए बच्चे, वंशिका वर्मा सर हाँ जी ये क्वेश्चन क्या आया फिर पॉइंट पे वेलोसिटी 0 पे बी पॉइंट ਤੇ 0 ਕਿਵੇਂ ਹੋਗੀ ਉਹ ਇਸ ਤਰੀਕੇ ਨਾਲ 0 ਹੋਈ ਕਿ ਜਦੋਂ ਆਪਾਂ ਕਿਸੇ ਬਾਡੀ ਨੂੰ ਅਪਵਰਡ ਨੂੰ ਥਰੋ ਕਰਦੇ ਹਾਂ ਤਾਂ ਟੌਪ ਤੇ ਆਪਾਂ ਸਪੀਡ ਉਸ ਦੀ ਵੈਲੋਸਿਟੀ ਆਪਾਂ 0 ਲੈਣੇ ਆ ਤਾਂ ਹੀ ਉਹ ਨੀਚੇ ਆਣੀ ਸਟਾਰਟ ਹੁੰਦੀ ਹੈ ਨਾ ਟੌਪ ਉਹਨੂੰ ਹੀ ਕਹਿੰਦੇ ਆ ਜਿੱਥੇ ਵੈਲੋਸਿਟੀ 0 ਹੁੰਦੀ ਹੈ सर सर ये तो समझ आ गया सर स्केल वेलोसिटी का पै पड़िया सी भी फॉरवर्ड वेलोसिटी भी वापस ही ना आवे ਬਿਲਕੁਲ ਉਹਦੇ ਨੀਚੇ ਬੋਡੀ ਆਊਗੀ ਨਹੀਂ ਨਹੀਂ ਬੱਚੇ ਧਿਆਨ ਨਾਲ ਦੇਖੋ ਉਸਨੇ ਕਿਹਾ ਹਾਫ ਦਾ ਐਸਕੇਪ ਵੈਲੋਸਿਟੀ ਹੈ ਨਾ ਜੇ ਆਪਣੇ ਕੋਲ ਵੈਲੋਸਿਟੀ ਐਸਕੇਪ ਵਾਲੀ ਵੈਲਿਊ ਤੋਂ ਘਟੂਗੀ ਕਾਮਨ ਸੈਂਸ ਯੂਜ਼ ਕਰੋ ਜੇ ਆਪਣੇ ਕੋਲ ਵੈਲੋਸਿਟੀ ਫਾਇਰ ਕਰਾਂਗੇ 11.2 ਤੇ ਦੈਟ ਇਜ਼ ਐਸਕੇਪ ਵਾਪਸ ਨਹੀਂ ਆਊਗੀ ਜੇ 11.2 ਤੇ ਘਟ ਕਰ ਦਾਂਗੇ ਫਿਰ ਤਾਂ ਵਾਪਸ ਆਊ ਹਾਂਜੀ ਸਰ एस्केप वेलोसिटी टाइम मैं तो वैल्यू लिखवाई सी इसके होगा 11.5 ਹਾਂਜੀ ਸਰ आई सी 5.6 किलोमीटर पर सेकेंड जदे तक अपनी फायरिंग वेलोसिटी सारे सुन लो 11.2 तो घट होगी बॉडी वापस आऊगी ही आऊगी तो टॉप ते वेलोसिटी 0 होगी ठीक है क्लियर ਹਾਂਜੀ सर हुण मैं नेक्स्ट स्टेटमेंट दे विच कुछ थोड़ा जिहा चेंज करूंगा यही होगा सारा कुछ नोट कर लो नेक्स्ट स्टेटमेंट ਦੇ ਵਿੱਚ ਮੈਂ ਕਹਿ ਰਿਹਾ ਕਿ ਜੇ ਆਪਾਂ 2/3 एस्केप वेलोसिटी ਨਾਲ फायर करते हैं तो h कटो सारा लॉजिक है मैंने ਇਹਦੇ ਚ चेंज करना है कोई फर्क नहीं है जिथे अपने को वेलोसिटी लीती सी v/2 ਉੱਥੇ ਲੈਣਾ 2/3v ਇੱਥੇ ਸਿਰਫ वेरिएबल ਦਾ वैल्यूज चेंज ਹੋਣਗੀਆਂ ਹੋਰ ਕੁਝ ਨਹੀਂ चेंज ਹੋਊਗਾ स्टेटमेंट पल्ले पै गई सारे करो सॉल्व फिर अपने कोल मैं इस साइड से कर रहे हैं सॉल्व वेलोसिटी दी हुई है फायरिंग वाली वो कितनी दी है 2/3 v एस्केप तो अपने को 2/3 v एस्केप कितनी होगी 2 gm/r ठीक है ए पॉइंट ए ते वेलोसिटी है तो va स्केयर कितना होगा 2/3 का स्केयर कितना 4/9 इंटू 2 gm/r हूँ जिथे आ वैल्यू पुट की है सारे दिख रहा है ना उत्थे आ वाली वैल्यू जाऊगी लॉजिक सेम है कोई फर्क नहीं है देखते हैं पहला आंसर कौन करता है सर 4/5 r इज इक्वल टू h 4/5 बिल्कुल सही है तने और किसी आंसर निकलिया एक बच्चे ने तो कर लिया जो va की वेलोसिटी है दैट विल बी 8/9 gm/r आ वाली वैल्यू बन गई 8/9 इसमें इत्थे पुट करो va स्क्वायर नु तो इत्थे चेंज करेंगे आप वैल्यूज मेथड सारे नु क्लियर है इट वुड बी 8/9 gm/r 2 नाल कैंसिल हो गए 4 बन जू ये बन जू 4/9 इतने बन जू 4/9 ये 9 है इतने 9 इतने 4 ये बन जू -5/9r ध्यान नाल देखो सिर्फ एक वैल्यू का फर्क पै रहा और कुछ नहीं फर्क पै रहा लॉजिक सारे क्लियर देखो ध्यान 2/3 का स्क्वायर कितना 4/9
ਹਾਂਜੀ ਸਰ 2gm ਬਾਈ ਆਰ ਹੈ, ਇਹਦਾ ਅੰਡਰੂਟ ਗਾਇਬ ਹੋ ਜੂ ਸਕੁਅਰ ਕਰਨ ਦੇ, ਤਾਂ ਆਪਣੇ ਕੋਲ ਬਚਿਆ 2gm ਬਾਈ ਆਰ। ਤਾਂ 4 ਓਕੇ into ਸਰ ਹੋਊਗਾ 8 ਡਿਵਾਈਡ ਬਾਈ 9। So 5h is equal to 4r. ਸਹੀ ਹੈ ਬੱਚੇ, ਇਹੀ ਆਂਸਰ ਹੈ। 5r plus 5h is equal to 9r ਆ ਰਿਹਾ। ਤਾਂ 5h is equal to 4r, h is equal to 4 by 5r। ਹੁਣ ਦੱਸੋ ਕੁਐਸਚਨਸ ਈਜ਼ੀ ਨੇ ਕਿ ਡਿਫਿਕਲਟ ਨੇ ਜਿੰਨੇ ਕਿ ਵੀ ਆਪਾਂ ਨੇ ਡਿਸਕਸ ਕੀਤੇ ਆ? ਜੇ ਧਿਆਨ ਨਾਲ ਫੋਕਸ ਨਾਲ ਸਮਝੋ ਤਾਂ ਸੌਖੇ ਕੁਐਸਚਨਸ ਨੇ, ਜੇ ਧਿਆਨ ਨਾਲ ਕਰੋ। ਧਿਆਨ ਨਾਲ ਨਹੀਂ ਕਰੋਗੇ ਤਾਂ ਆਟੋਮੈਟਿਕਲੀ ਲਟਕੋਗੇ, ਔਖੇ ਹੋਵੋਗੇ। क्लियर सारे नु? क्लियर क्लियर सर नोट हो गया? यस सर क्लियर मैं मटेन लगे सारा एक शॉट च? नहीं कर लो नोट, नोट करके मैनू कंफर्म करो, ताई फिर मैं इसमें मटेवा फिर। डायग्राम तो सेम ही सी, कोई फर्क नहीं पिया। स्टेप बाय स्टेप नोट ये कर रहे हो? हो गया? नेक्स्ट क्वेश्चन देखो। बॉडी इज प्रोजेक्टेड with 3vs, find its velocity। ਹੁਣ ਜੇ ਬੋਡੀ ਨੂੰ ਆਪਾਂ 3 ਟਾਈਮਸ vs ਨਾਲ ਫਾਇਰ ਕਰਾਂਗੇ, ਕੀ ਬੋਡੀ ਇਨਫਿਨਿਟੀ ਤੇ ਪਹੁੰਚੂਗੀ ਕਿ ਨਹੀਂ? यस सर वेलोसिटी ਨਾਲ ਫਾਇਰ ਕਰਾਂਗੇ ਤਾਂ ਬੋਡੀ ਇਨਫਿਨਿਟੀ ਤੇ ਪਹੁੰਚੂਗੀ ਕਿ ਨਹੀਂ? ऑब्वियसली पहुंच के ਉਹਦੀ ਕੁਝ ਸਪੀਡ ਵੀ ਹੋਊਗੀ, ਤਾਂ ਆਪਾਂ ਨੇ ਉਹਦੀ ਵੈਲੋਸਿਟੀ ਫਾਈਂਡ ਕਰਨੀ ਹੈ ਐਟ ਇਨਫਿਨਿਟੀ। ਤਾਂ ਕੁਐਸਚਨ ਹੈ, ਮਤਲਬ ਆਪਾਂ ਨੇ ਬੋਡੀ ਨੂੰ ਅਰਥ ਦੀ ਸਰਫੇਸ ਤੋਂ ਫਾਇਰ ਕੀਤਾ ਜਿਹਦੀ ਵੈਲਿਊ ਹੈ 3vES। ਬੋਡੀ ਕਿੱਥੇ ਗਈ ਹੈ? ਇਨਫਿਨਿਟੀ ਤੇ। ਜਦੋਂ ਇਨਫਿਨਿਟੀ ਤੇ ਪਹੁੰਚੂਗੀ ਤਾਂ ਆਪਾਂ ਨੇ ਉਸ ਦੀ ਵੈਲੋਸਿਟੀ ਫਾਈਂਡ ਕਰਨੀ ਹੈ ਕਿ ਇਨਫਿਨਿਟੀ ਤੇ ਜਾ ਕੇ ਕਿੰਨੀ ਵੈਲੋਸਿਟੀ ਬਣੀ। ਹੁਣ ਆਪਾਂ ਨੇ ਪੁਆਇੰਟ A ਨੂੰ ਤੇ ਇਨਫਿਨਿਟੀ ਨੂੰ ਕੰਪੇਅਰ ਕਰਨਾ ਹੈ। लॉजिक क्लियर सारे नु? सर ਜਦੋਂ ਬੋਡੀ ਟੌਪ ਤੇ ਹੁੰਦੀ ਹੈ ਉਦੋਂ ਤਾਂ ਵੈਲੋਸਿਟੀ ਮੈਕਸਿਮਮ ਹੁੰਦੀ ਹੈ ਨਾ? नहीं बच्चे उल्टा बोल रहे हो। ਜਦੋਂ ਵੈਲੋਸਿਟੀ ਟੌਪ ਤੇ ਹੁੰਦੀ ਹੈ ਉਹਦੀ ਵੈਲੋਸਿਟੀ ਕਿੰਨੀ, ਸੌਰੀ ਜਦੋਂ ਬੋਡੀ ਟੌਪ ਤੇ ਹੁੰਦੀ ਹੈ ਉਹਦੀ ਵੈਲੋਸਿਟੀ ਹੁੰਦੀ ਹੈ 0। ਠੀਕ ਹੈ, ਇਹ ਉਸ ਕੇਸ ਦੇ ਵਿੱਚ ਸਟੈਪ ਸਮਝੋ ਜਦੋਂ ਬੋਡੀ ਨੇ ਵਾਪਸ ਆਣਾ ਹੈ। ਜਦੋਂ ਬੋਡੀ ਇਨਫਿਨਿਟੀ ਤੇ ਪਹੁੰਚ ਗਈ ਵਾਪਸ ਆਣਾ ਹੀ ਨਹੀਂ। ਐਵੇਂ ਸਮਝੋ ਜੇ ਟੌਪ ਤੇ ਜਾ ਕੇ ਬੋਡੀ ਦੀ ਵੈਲੋਸਿਟੀ 0 ਹੋ ਰਹੀ ਹੈ ਮਤਲਬ ਵਾਪਸ ਆ ਜਾਓ ਆਪਣੇ ਆਪ। बट जे टॉप पे जाके वेलोसिटी दी बॉडी की वेलोसिटी 0 नहीं हो रही, कुछ हैगी है तो वापस नहीं आनी। ओके सर ठीक है, वाई से वर्सा समझ लो, एवं समझ लो, इको गल है। ओके सर देखो फॉर्मूला सेम लगूगा। टोटल एनर्जी, हूँ वीडियो बंद होगी अपने आप कनेक्ट कर लियो। एट ए इज इक्वल टू टोटल एट इन्फिनिटी पोटेंशियल प्लस किनेटिक इज इक्वल टू पोटेंशियल प्लस किनेटिक। करो सॉल्व। टोटल एनर्जी कंजर्व रहू जिथे मर्जी चली जाए बॉडी, टोटल एनर्जी हमेशा कंजर्व रहती है, खासियत यही है। यस इनफिनिटी पे भी।
साफ कर दो, क्यों गंद पाते हो। होया किसका क्वेश्चन सॉल्व? हाँ जी, इन्फिनिटी का डिस्टेंस इन्फिनिटी होंगे पुत्र। इन्फिनिटी का डिस्टेंस कितना होगा? Sir, होगा आंसर 24.6 into 10 raised to power 5. कैलकुलेशन की गलती क्यों करते रहते हो? हूँ भी गलत है। √8 आ रहा है, √8 into VS आ रहा है टॉप पे, जो मेरे को आंसर लिखा है चेक कर लेने आप। अपने कोल पोटेंशियल एनर्जी कितनी है? -GMM/R प्लस किनेटिक कितनी है? ½ M V स्क्वायर। V की वैल्यू कितनी है अपने कोल? 3VS 3√2GM/R। ठीक है, तो स्क्वायर की वैल्यू कितनी हो जाएगी? 9 2GM/R। कितना बचेगा? कितना बन गया? VA स्क्वायर 9 मतलब 18 GM/R। कैंसिल होकर बन गया 9। इन्फिनिटी तो पोटेंशियल एनर्जी 0, किनेटिक ½ mv स्क्वायर। लॉजिक क्लियर? ए बन गया -GMM/R प्लस 9 GMM/R इज इक्वल टू ½ mv इन्फिनिटी स्क्वायर। नाइन चो एक चक्किया कितना बन जू? 8 GMM/R इज इक्वल टू ½ mv इन्फिनिटी स्क्वायर। GM की वैल्यू कितनी होती है? तो V इन्फिनिटी की वैल्यू कितनी बन जू? सर तो सर काइनेटिक एनर्जी .8 ही नहीं सी सर 0 होनी चाहिए। जे बच्चे किनेटिक एनर्जी पॉइंट ए ते 0 होगी तो बॉडी ऊपर किवें जाऊगी? ਆਪਾਂ ਨੇ पॉइंट ए तो ही ਤਾਂ ऊपर फायर ਕੀਤਾ ना। फिर जब फायर करांगे सर उधर वेलोसिटी 0 नहीं होगी। ਜਦੋਂ ਬੱਚਾ ਆਪਾਂ ਫਾਇਰ ਕਰਦੇ ਆ, ਫਾਇਰ ਕਰਨ ਤੋਂ ਬਾਅਦ ਤਾਂ ਸਪੀਡ ਹੁੰਦੀ ਹੈ ਨਾ ਕੁਛ ਟੌਪ ਤੇ ਆਪਾਂ 0 ਕਹਿੰਦੇ ਹੁੰਦੇ ਸੀ। ਤਾਂ ਜਦੋਂ ਆਪਾਂ ਫਾਇਰ ਕਰ ਦਾਂਗੇ ਤਾਂ ਉਸ ਟਾਈਮ ਸਪੀਡ 0 ਨਹੀਂ ਹੋਣੀ, ਉਸ ਟਾਈਮ ਹੋਊਗੀ ਤਾਂ ਹੀ ਬॉडी ਉੱਪਰ ਜਾਊਗੀ। ठीक है, क्लियर? सर लेकिन तो ड्रॉप करते हैं फिर कब जीरो लेने हैं? ਡ੍ਰੌਪ ਕਰਦੇ ਆ ਤਾਂ ਜਿੱਥੋਂ ਡ੍ਰੌਪ ਕੀਤਾ ਉੱਥੇ 0 ਹੈ। ਅਰਥ ਤੋਂ ਕਿਸੇ ਬॉडी ਨੂੰ ਉੱਪਰ ਪਹੁੰਚਾਣਾ ਤਾਂ ਉਸਨੂੰ ਫਾਇਰ ਕਰਨਾ ਪਊ, ਉਸਨੂੰ ਸਪੀਡ ਆਪਾਂ ਨੂੰ ਦੇਣੀ ਪਊ। ਉਹੀ ਸਪੀਡ ਨਾਲ ਉਹਦੀ ਕਿਨੈਟਿਕ એનર્ਜੀ ਹੋਊਗੀ, ਉਹੀ ਕਿਨੈਟਿਕ એનર્ਜੀ ਨਾਲ ਬॉडी ਉੱਪਰ ਜਾਊਗੀ। समझाया? अरुण अरुण आवाज आ रही है सारे? हाँ जी।
जी एम डी ਤੇ ਜੀ ਐਸ ਕੇ ਕਰਦੀ ਹੈ। ਇਹਦਾ ਇੱਕ ਹੋਰ ਸ਼ਾਰਟਕਟ ਸੀਗਾ, ਮੈਂ ਦੱਸਦਾ। ਇੱਥੋਂ ਤੋਂ ਬਾਅਦ ਖੁੱਲੀ ਹੈ ਮੇਰੀ। ਚਲੋ ਦੇਖੋ ਇੱਥੇ ਸਕਰੀਨ ਸ਼ੇਅਰ ਹੋ ਗਈ। ਮੇਰੇ ਵੱਲੋਂ ਤਾਂ ਸ਼ੇਅਰ ਹੈ ਬੱਚੇ, ਮੈਂ ਦੁਬਾਰਾ ਕਰ ਦਿੰਦਾ। ਉਹ ਸਰ ਮੈਂ ਸਕਰੀਨਸ਼ਾਟ ਲੈ ਕੇ ਭੇਜਦਾ ਸਰ, ਦੇਖੋ ਉਹ ਬਿਲਕੁਲ ਨਹੀਂ ਆ ਰਿਹਾ ਸਰ। ਸ਼ੇਅਰ ਡਿਸਕਨੈਕਟ ਕਰਕੇ ਕਨੈਕਟ ਕਰਕੇ ਦੇਖ ਪੁੱਤ। ਹੁਣ ਇੱਥੋਂ ਧਿਆਨ ਨਾਲ ਦੇਖੋ, v ਇਨਫਿਨਿਟੀ ਸਕੁਅਰ ਕਿੰਨਾ ਆ ਜਾਊ 8 2gm/r ਲਿਖ ਸਕਦੇ ਆ। ਆ ਵਾਲਾ 2 ਉੱਪਰ ਚਲਾ ਗਿਆ, ਫਿਰ v ਇਨਫਿਨਿਟੀ ਕਿੰਨੇ ਆਊ √8 √2gm/r। ਸਟੈਪ ਬਾਕੀਆਂ ਨੂੰ ਦਿਖ ਰਿਹਾ ਸਾਰਿਆਂ ਨੂੰ? ਸਰ ਹੁਣ ਬਾਕੀਆਂ ਨੂੰ ਦਿਖ ਰਿਹਾ, ਪ੍ਰੋਬਲਮ ਨਹੀਂ ਆਣੀ ਚਾਹੀਦੀ ਬੱਚੇ। फोन चेंज करके देखूं मैं कि कहाँ इस बारे। क्लियर सर। अंडू 2gm/r कितना होता है? एस्केप वाली वैल्यू 11.2 या 11.4 जो भी है, इसमें सॉल्व करके बन गया 31.6 किलोमीटर पर सेकंड। सारे ਨੂੰ विजिबल है कि है किसी ਨੂੰ प्रॉब्लम जिवें रन हो रही है? विजिबल है सर, विजिबल है सर। मेरे वालों नेट का कनेक्शन भी सही चल रहा है, स्पीड भी सही चल रही है। ऑडियो की हुण तो नहीं प्रॉब्लम आ रही विच कट्टण वाली? सर विच पासवर्ड कर दिंदे सर पे नहीं आ रहा। वॉल्यूम ऊंची की हुई तां आ रही होगी। स्टेप क्लियर जा रहे हैं, लॉजिक की कह रहे हो माइक नो? सर कला माइक ही ऑन हो गया सर, स्लाइड नहीं हो रही ना, पर जो बंद करेगा फिर बंद हो रहे हैं। ਹੁਣ ਅਰੁਣ ਕੀ ਕਹਾਂ ਬੱਚੇ ਇਹਦੇ ਬਾਰੇ, ਮੈਂ ਕੀ ਕਹਿ ਸਕਦਾ? सर नेटवर्क प्रॉब्लम हो गई। वाली साइड पे प्रॉब्लम है, जो बाकियां ਦਾ ਚੱਲ ਰਿਹਾ ਤਾਂ ਇਟ ਮੀਨਸ ਇੱਥੋਂ ਤਾਂ ਸਹੀ ਚੱਲ ਰਿਹਾ ਬੱਚੇ। ਇੰਜ ਕਰੀ ਕੋਈ ਨਾ, YouTube ਤੇ ਵੀਡੀਓ ਪੈ ਜਾਊਗੀ, ਉਸ ਚ ਪ੍ਰੋਪਰ ਲਿਸਟ ਵਿਜ਼ੀਬਲ ਹੋਊਗਾ। ਰਿਕਾਰਡ ਤਾਂ ਹੋ ਰਿਹਾ, ਮੈਂ ਨਾਲ ਦੀ ਨਾਲ ਹੁਣ ਕਲਾਸ ਤੋਂ ਬਾਅਦ ਹੀ ਪਾ ਦੂੰਗਾ YouTube ਤੇ। ਹੁਣ ਮੈਂ ਨਾ ਡਿਸਕਸ ਕਰਨੇ ਨੇ, ਆ ਨੋਟ ਹੋ ਗਿਆ ਨਾ ਸਾਰਿਆਂ ਦਾ। ਹੁਣ ਮੈਂ ਡਿਸਕਸ ਕਰਨੇ ਆ ਬੁੱਕ ਵਾਲੇ ਕੁਐਸਚਨ। ਸਰ ਬੁੱਕ ਦੇ ਜਿਹੜੇ ਤੁਸੀਂ ਨਿਕਲ ਰਹੇ ਜਿਹੜੇ 7 ਅੱਖਰ ਉਹ ਤਾਂ ਵਗੈਰਾ। ਦੇਖ ਬੱਚੇ ਮੇਰੇ ਲਈ ਤਾਂ ਕੋਈ ਵੀ ਔਖਾ ਨਹੀਂ ਹੈਗਾ, ਮੈਂ ਕਲੀਅਰ ਕਰ ਦੱਸਾਂ, ਕੋਈ ਫੁਕਰੀ ਨਹੀਂ ਮਾਰ ਰਿਹਾ। ਤੁਸੀਂ ਮੇਰੇ ਤੋਂ ਕੋਈ ਪੁੱਛਣਾ ਤੁਸੀਂ ਮੇਰੇ ਤੋਂ ਪੁੱਛ ਲਓ, ਨਹੀਂ ਤਾਂ ਮੈਂ ਆਪਣੇ ਵੱਲੋਂ ਕੁਐਸਚਨ ਡਿਸਕਸ ਕਰਨੇ ਆ ਰੈਂਡਮਲੀ ਜਿਹੜੇ ਮੈਨੂੰ ਲੈਂਥੀ ਦਿਖਣਗੇ। ਨਹੀਂ ਕੋਈ ਸਰ ਕੋਈ ਟਫ ਕੋਈ ਇੰਪੋਰਟੈਂਟ ਕੋਈ ਹੈਗਾ ਉਹ ਕਰਵਾ ਦਿਓ। ਹੁਣ ਦੇਖੋ ਜਿਵੇਂ ਜਿੰਨਾ ਲੈਂਥੀ ਕੁਐਸਚਨ ਦੀ ਸਟੇਟਮੈਂਟ ਹੋਵੇ ਨਾ ਉਨਾ ਸੌਖਾ ਕੁਐਸਚਨ ਹੁੰਦਾ ਹੈ। ਆਪਣੇ ਕੋਲ फोर्स का फॉर्मूला होता है gmm/r स्क्वायर, फील्ड की होता है gm/r स्क्वायर। लिख लो, फॉर्मूला लिखना है, पोटेंशियल एनर्जी माइनस gmm/r, स्मॉल आर कह दें, ते वोल्टेज की हो जू माइनस gm/r। यही चीज चलनी है अपने को। हुण जेड़ा सेकंड क्वेश्चन आ वाला स्टेटमेंट जिन्नी लेंथी है, सॉल्यूशन इतना छोटा क्वेश्चन है। करा डिस्कस सेकंड। सेकंड की स्टेटमेंट रीड करो, सारे विजिबल हो रहा है क्वेश्चन? यस सर। The distance between Earth and Moon is, स्टेटमेंट देख लो, the distance between Earth and Moon। लेट्स से अपने को पहला स्टेटमेंट देख लिए, ठीक है। एक पासे अर्थ है अपने को, एक पासे मून है। दिस इज अर्थ, दिस इज मून। दोनों के विचकार लेट्स से अपने को डिस्टेंस है आर कह देने, आर की वैल्यू दी हुई है अपन किलोमीटर 3.8 10⁵ किलोमीटर, मतलब कितना हो गया 3.8 लाख किलोमीटर दूर है मून अपने अर्थ तो। एंड मास ऑफ अर्थ इज 81 टाइम्स दैट ऑफ मून। जे अर्थ मून का मास लेट से अपन लेट करते हैं एम है, तो अर्थ का कितना हो जू मास 81 एम हो जू। सारा क्लियर?
ਜੇ ਆਪਣੇ ਕੋਲ ਮੂਨ ਦਾ ਮਾਸ ਆਪਾਂ m ਲੈਟ ਕਰਦੇ ਆ ਤਾਂ ਅਰਥ ਦਾ ਕਿੰਨਾ ਲੈਣਾ ਪਊ 81 m। find position of point on the line joining the center of the earth and moon where gravitational field is 0। ਜੇ gravitational field 0 ਕਰਨਾ ਹੈ ਇਹਨਾਂ ਦੇ ਵਿਚਕਾਰਲੇ ਪੁਆਇੰਟ ਤੇ ਤਾਂ ਉਹ ਅਰਥ ਦੇ ਨੇੜੇ ਹੋਊਗਾ ਕਿ ਮੂਨ ਦੇ ਨੇੜੇ ਹੋਊਗਾ? ਜਿੱਥੇ ਫੀਲਡ 0 ਹੋਊਗਾ। ਐਨੀਵਨ ਕੋਈ ਦਿਮਾਗ ਲਗਾ ਸਕੇ? ਜਿਹੜਾ ਪੁਆਇੰਟ ਤੇ ਫੀਲਡ ਆਪਣੇ ਕੋਲ 0 ਹੋਊਗਾ ਉਹ ਅਰਥ ਦੇ ਨੇੜੇ ਹੋਊਗਾ ਕਿ ਮੂਨ ਦੇ ਨੇੜੇ ਹੋਊਗਾ? ਅਰਥ ਹੈਵੀ ਜਾਂ ਮੂਨ ਹਲਕਾ ਹੈ? ਸਰ ਅਰਥ ਦੇ ਨੇੜੇ ਹੋਊਗਾ। ਗਲਤ ਹੈ। ਯੈਸ ਸਰ ਅਰਥ ਦੇ ਨੇੜੇ ਹੋਊਗਾ। ਨੇੜੇ ਹੋਊਗਾ। ਜਿਹੜੀ ਚੀਜ਼ ਹੁੰਦੀ ਹੈ ਨਾ ਆਪਣੇ ਕੋਲ ਹੈਵੀ ਵਾਲੀ ਉਸ ਤੋਂ ਦੂਰ ਹੁੰਦਾ ਇਹ। ਦੇਖ ਲਓ ਸਟੇਟਮੈਂਟ ਵਾਈਜ਼। ਲੈਟਸ ਸੇ ਆਪਾਂ ਨਹੀਂ ਪਤਾ, ਮੈਂ ਕੋਈ ਪੁਆਇੰਟ P ਲੈ ਲੈਣਾ ਇਨ ਬਿਟਵੀਨ। ਇੱਥੋਂ ਡਿਸਟੈਂਸ ਕਿੰਨਾ x, ਇੱਥੋਂ ਕਿੰਨਾ ਹੈਗਾ r-x। ਜਿਹੜਾ ਗ੍ਰੈਵਿਟੇਸ਼ਨਲ ਫੀਲਡ ਹੁੰਦਾ ਉਹ ਕੀ ਕਰਦਾ? ਅਟਰੈਕਟਿਵ ਹੁੰਦਾ। ਤਾਂ ਪੁਆਇੰਟ P ਨੂੰ ਅਰਥ ਦਾ ਫੀਲਡ ਆਪਣੇ ਕੰਨੀ ਖਿੱਚੂਗਾ, ਪੁਆਇੰਟ P ਨੂੰ ਮੂਨ ਦਾ ਫੀਲਡ ਆਪਣੇ ਵੱਲ ਖਿੱਚੂਗਾ EM। ਤਾਂ ਜਿਸ ਜਗ੍ਹਾ ਤੇ EE EM ਦੇ ਇਕੁਅਲ ਹੋ ਜੂਗੀ ਉਸ ਜਗ੍ਹਾ ਤੇ ਆਪਣੇ ਕੋਲ ਨੈਟ ਫੀਲਡ 0 ਜੂ ਦੋਨਾਂ ਦੇ ਕਾਰਨ। ਲੌਜਿਕ ਕਲੀਅਰ ਸਾਰਿਆਂ ਨੂੰ? ਸਿੰਪਲ ਹੈ। ਜਿਸ ਪੁਆਇੰਟ ਤੇ ਆਪਣੇ ਕੋਲ ਅਰਥ ਦਾ ਫੀਲਡ ਇਕੁਅਲ ਹੋ ਜਾਊਗਾ ਮੂਨ ਦੇ ਫੀਲਡ ਨਾਲ, ਉੱਥੇ ਆਪਣੇ ਕੋਲ ਕੀ ਹੋ ਜਾਊਗਾ? ਨੈਟ ਰਿਜ਼ਲਟ 0 ਹੋ ਜਾਊਗਾ। ਤਾਂ ਹੀ ਕੈਂਸਲ ਕਰਨਗੇ ਇੱਕ ਦੂਜੇ ਨੂੰ ਆਪੋਜ਼ਿਟ ਡਾਇਰੈਕਸ਼ਨ ਦੇ ਵਿੱਚ। ਕਲੀਅਰ ਸਾਰਿਆਂ ਨੂੰ? ਅਰਥ ਦਾ ਗ੍ਰੈਵਿਟੇਸ਼ਨ ਫੀਲਡ ਕੀ ਹੋਊਗਾ? gm of earth divided by distance। distance ਕਿੰਨਾ ਲੈਟ ਕੀਤਾ ਹੈ? x। ਫੀਲਡ ਦਾ x ਸਕੁਅਰ ਆ ਜੂ। ਮੂਨ ਦਾ ਕਿੰਨਾ ਜੂ? gm by distance ਕਿੰਨਾ ਹੈ? r-x। ਸਾਰਿਆਂ ਨੂੰ ਵਿਜ਼ੀਬਲ ਹੈ? ਅਰੁਣ ਵਿਜ਼ੀਬਲ ਹੈ ਬੱਚੇ? ਸਾਰਿਆਂ ਨੂੰ ਵਿਜ਼ੀਬਲ ਹੈ? ਤਾਂ ਹੁਣ ਦੇਖ ਲਓ ਹੋਊਗਾ ਕੀ ਨਾਲ ਜੀ ਕੈਂਸਲ ਹੋ ਜੂ। ਮਾਸ ਆਫ ਅਰਥ ਕਿੰਨਾ ਹੈ? 81 m ਡਿਵਾਈਡ ਬਾਈ x ਸਕੁਅਰ। ਮਾਸ ਆਫ ਮੂਨ ਕਿੰਨਾ? ਇਕੱਲਾ m ਡਿਵਾਈਡ ਬਾਈ r-x ਸਕੁਅਰ। m ਨਾਲ m ਕੈਂਸਲ ਹੋ ਗਿਆ ਤੇ ਅੰਡਰੂਟ ਕਰ ਦੋ। 81 ਦਾ ਅੰਡਰੂਟ ਕਿੰਨਾ ਹੋਊਗਾ? 9 ਬਾਈ x ਇਜ਼ ਇਕੁਅਲ ਓਵਰ r। ਦੋਨਾਂ ਸਾਈਡ ਤੇ ਅੰਡਰੂਟ ਕੀਤਾ, ਕ੍ਰਾਸ ਮਲਟੀਪਲਾਈ ਕਰ ਦਾਂਗੇ ਆਪਾਂ ਤਾਂ ਕਿੰਨਾ ਹੋ? 9 into r-x is equal to x। ਤਾਂ 9r-9x is equal to x। 9x ਨੂੰ ਇੱਥੇ ਲੈ ਜਾਂਦੇ ਆ, ਕਿੰਨਾ ਬਣ ਜੂ? 10x is equal to 9r। ਤਾਂ x ਕਿਹਦੇ ਕੋਲ ਆ ਗਿਆ? 9 by 10r। ਸਾਰਿਆਂ ਨੂੰ ਕਲੀਅਰ? ਜਿਸ ਪੁਆਇੰਟ ਤੇ ਅਰਥ ਦਾ ਫੀਲਡ ਮੂਨ ਦੇ ਕੈਂਸਲ ਕਰੂਗਾ ਉਸ ਪੁਆਇੰਟ ਤੇ ਨੈਟ ਫੀਲਡ 0 ਹੋ ਜਾਊਗਾ। ਹੁਣ ਇਸ ਦੇ ਵਿੱਚ r ਦੀ ਵੈਲਿਊ ਪੁੱਟ ਕਰ ਰਹੇ ਆ। ਹੁਣ ਇੱਕ ਹੋਰ ਚੀਜ਼, ਜੇ r ਦੀ ਵੈਲਿਊ ਆਪਾਂ ਪਹਿਲਾਂ ਪੁੱਟ ਕਰ ਲੈਂਦੇ ਆਪਣੀ ਲਈ ਕੈਲਕੂਲੇਸ਼ਨਾਂ ਕਿੰਨੀਆਂ ਲੈਂਥੀ ਹੋਣੀਆਂ ਸੀਗੀਆਂ। ਹੁਣ ਆਪਾਂ ਨੇ r ਨੂੰ r ਲੈਟ ਕਰ ਲਿਆ, ਆਪਾਂ ਨੇ ਕੋਈ ਵੈਲਿਊ ਨਹੀਂ ਪੁੱਟ ਕੀਤੀ, ਆਪਣੇ ਕੋਲ ਰਿਜ਼ਲਟ ਬਣ ਗਿਆ x is equal to 9 by 10r। ਐਂਡ ਸਾਰਿਆਂ ਨੂੰ ਸਮਝ ਵੀ ਆ ਗਿਆ ਉਹ ਇਸ ਚ ਗਲਤੀ ਦੇ ਚਾਂਸਸ ਨਹੀਂ ਹੈ। ਜੇ ਤੁਸੀਂ ਪਹਿਲਾਂ ਹੀ ਨਿਊਮੈਰੀਕਲ ਵੈਲਿਊ ਪੁੱਟ ਕਰ ਲਓਗੇ ਤਾਂ ਗਲਤੀ ਦੇ ਚਾਂਸਸ ਜ਼ਿਆਦਾ ਨੇ। ਤੇ x ਦੀ ਨਿਊਮੈਰੀਕਲ ਵੈਲਿਊ ਕਿੰਨੀ ਬਣੂਗੀ? 9 by 10 into r। r ਕਿੰਨਾ ਹੈ? 3.8 into 10⁵ ਕਿਲੋਮੀਟਰ। ਜਿਹਦਾ ਧਿਆਨ ਨਾਲ ਦੇਖਾਂਗੇ x ਦੀ ਵੈਲਿਊ ਕਿੰਨੀ ਬਣ ਜੂ ਆਪਣੇ ਕੋਲ? ਕੈਲਕੂਲੇਟਰ ਮੈਨੂੰ ਵੀ ਯੂਜ਼ ਕਰਨਾ ਪੈਣਾ। ਇਹ ਬਣ ਜੂ 3.4 to 10⁵ ਕਿਲੋਮੀਟਰ। ਧਿਆਨ ਨਾਲ ਦੇਖੋ ਹੁਣ x ਜਿਹੜਾ ਹੈਗਾ 3.42 into 10⁵ ਕਿਲੋਮੀਟਰ ਹੈ। ਇਹ ਅਰਥ ਤੋਂ ਹੈ ਕਿ ਮੂਨ ਤੋਂ ਹੈ? ਅਰਥ ਤੋਂ। ਚੈੱਕ ਕਰੋ ਇਹਦੇ ਨਾਲ ਮੈਚ ਕਰ ਰਿਹਾ ਕਿ ਨਹੀਂ ਕਰ ਰਿਹਾ। ਆंसर मैच कर रहा है कि नहीं कर रहा है? बिल्कुल सही है। अपना आंसर आ रहा है किलोमीटर च, कितना है मीटर ਦੇ ਵਿੱਚ। बट अपन ਨੂੰ स्टेटमेंट ਦੇ ਵਿੱਚ किलोमीटर ਦਿੱਤਾ ਹੈ ਨਾ, ਆਪਾਂ ਨੇ ਕਿਲੋਮੀਟਰਾਂ ਚ ਕਰਤਾ, 1000 ਤੇ ਮਲਟੀਪਲਾਈ ਕਰਕੇ ਮੀਟਰ ਬਣਾ ਲਓ। क्लीयर सारे ਨੂੰ? ਹੁਣ ਯਾਦ ਰੱਖਿਓ ਜਦੋਂ ਨਿਊਮੈਰੀਕਲ ਕਰਦੇ ਹੋ ਜੇ ਕਰੋਗੇ ਤੁਸੀਂ ਇਸ ਅਕੋਰਡਿੰਗ
कि वैल्यू एंड पुट करांगे आपकी, फिर तो बड़ी ईजीली हो जाएंगे बिना गलती के। बट जे तुसी नहीं करोगे तो ऑटोमेटिकली गलती के चांसेस ज़्यादा ने। लॉजिक क्लियर सारे नू? नोट हो गया? आवाज ਤੁਹਾਡੀ ਵੀ ਮੈਨੂੰ ਪਤਾ ਲੱਗ ਰਹੀ ਹੈ। कट के आ रही है आवाज। ਭਾਰੀ ਭਾਰੀ ਆ ਰਹੀ ਹੈ ਤੁਹਾਡੀ ਆਵਾਜ਼ ਤੇ ਕੱਟ ਕੇ ਵੀ। ਮੈਂ ਤਾਂ ਬੋਲਿਆ ਵੀ ਨਹੀਂ ਭਰਾਵਾ। क्वेश्चन पल्ले पै गया? हाँ जी सर, ठीक है आवाज। हुन ठीक होगी? हाँ जी ठीक है। नेक्स्ट देखो क्वेश्चन। ਸਾਰਿਆਂ ਨੂੰ ਕਹਿ ਰਿਹਾ ਮੈਂ, ਇਸ ਤੋਂ ਬਾਅਦ ਮੈਂ YouTube ਤੇ ਪਾ ਦਿੰਦਾ ਵੀਡੀਓ। ਆਈ ਗੈਸ ਜਿਹੜਾ ਰਿਕਾਰਡਰ ਚੱਲ ਰਿਹਾ ਉਹ ਸਹੀ ਤਰੀਕੇ ਨਾਲ ਰਿਕਾਰਡ ਕਰ ਰਿਹਾ ਹੋਊਗਾ। सर फोर्थ करवा दो, 10 में एक बार हिंट दे दो। करवा देने बच्चे। फोर्थ देख लो सारे। 3 masses each of 1 kg are placed on the vertices of equilateral triangle। तो अपने को इक्वलेटरल ट्रायंगल है, 3 masses हैं 1 kg each। आर प्लेस ट्रायंगल जी साइड है 0.4 मीटर। वट इज द टोटल ग्रेविटेशनल पोटेंशियल एनर्जी ऑफ द कॉन्फिगरेशन? सिंपल है, पोटेंशियल एनर्जी फाइंड करनी है। किमें कर सकते हैं आप पोटेंशियल एनर्जी? लेट्स से दिस इज ए, दिस इज बी, दिस इज सी। तो पोटेंशियल एनर्जी का फॉर्मूला क्या होगा? एक पहला ए बी का कॉम्बीनेशन, फिर बी सी का कॉम्बीनेशन, फिर ए सी या सी ए का कॉम्बीनेशन हो जू। एंड लॉजिकली देखोगे ए ते बी च सेम डिस्टेंस है, मासिस सेम नहीं। बी सी च सेम डिस्टेंस है, मासिस सेम है। ए सी च सेम डिस्टेंस है, मासिस सेम है। या तो फॉर्मूला लिखी चलो, आ देखो ध्यान नाल, सेम सेम बन गई वैल्यू। ये कितना बन जू? -3g/0.4 -30/4 6.67 10⁻11 आंसर आ जू। पै गया बल्ले? यस नो कर दो, आवाज नहीं आ रही मैंने थोड़ी। सिंपल क्वेश्चन है, होर पूछो। 8 क्वेश्चन ਤੁਹਾਡੇ ਕੋਲ 4 5 6 7 8 है। 5 मिनट ले लो, कोई प्रॉब्लम नहीं। देखो तो ਜਿਹੜਾ ਤੁਹਾਨੂੰ ਔਖਾ ਲੱਗਦਾ ਮੈਂ ਡਿਸਕਸ ਕਰ ਦਿੰਦਾ। थर्ड का मैं दस दिना, हिंट दे देना। देख लो थर्ड च की करना है। 1 2 +2 3 +3 4 +4 1 ये हो गया अपने को एवं करके 4 कॉम्बिनेशन। फिर डायगनली 1 3 +2 4, ए डिस्टेंस √2 r बनूंगा। एवं सॉल्व होगा ये क्वेश्चन। आठवें तक पूछो जो कुछ है पूछने वाला। सो क्लियर नहीं आ रही आवाज। आ वाला समझ आ गया? फोर्थ वाला जेड़ा दस्या सी? सो समझ ही नहीं आया, थोड़ा क्लियर नहीं आ रही थोड़ा। बहुत आ रही है आवाज। थर्ड चलो, फोर्थ समझ आया? फोर्थ समझ आया? आज में भी नेटवर्क का कोई इशू होगा? कुछ लगता नहीं। कर लेने बच्चे। उसने एनर्जी क्या है? एनर्जी क्या है?
आ रहा है 5 into 10 हाउ आंटी मेरा आंसर मैच नहीं हो रहा, कोई चक्कर नहीं है, वाला आंसर कर लो। बुक ਦੇ ਵਿੱਚ ਆਨਸਰਸ ਦੀ ਗਲਤੀ ਹੁੰਦੀ ਹੈ, ਕੋਈ ਪ੍ਰੋਬਲਮ ਨਹੀਂ ਹੈ, ਲੌਜੀਕ ਨੂੰ ਸਮਝੋ। ਜਿਹੜੇ ਆਨਸਰ ਮੈਚ ਨਹੀਂ ਕਰਦੇ ਪੁੱਛ ਲਿਆ ਕਰੋ ਮੇਰੇ ਤੋਂ। ਇੱਕ ਕੁਐਸਚਨ ਕਰ ਲਓ, ਵਿਹਲਾ ਕਰ ਦਿੰਦਾ ਮੈਂ। 8 ਤੱਕ ਕੁਝ ਪੁੱਛਣਾ ਹੈ? सर जैसे आपको तो क्वेश्चन करा मैं नेक्स्ट टाइप चो करा ਰਿਹਾ, ਕਿਉਂਕਿ ਇਹਦੇ ਚ ਇੱਕੋ ਹੀ ਫਾਰਮੂਲਾ ਚੱਲੂਗਾ ਟਾਈਪ ਬੀ ਦੇ ਵਿੱਚ, ਜੋ ਹੁਣ ਡਿਸਕਸ ਕੀਤਾ ਆਪਾਂ ਨੇ। शाबाश सर, क्लियर नहीं आ रही। ਚਲੋ ਛੱਡੋ, ਫਿਰ ਮੈਂ ਨਹੀਂ ਕੁਝ ਕਰਾ ਰਿਹਾ, ਕੱਲ ਕਰਾਂਗੇ, ਹੁਣ ਵਾਲਾ ਬੰਦ ਕਰ ਦਿੰਦੇ ਹਾਂ। ਕੱਲ ਡਿਸਕਸ ਕਰਦੇ ਹਾਂ, ਕੱਲ ਇਹਦੇ ਕੁਐਸਚਨਸ ਕੰਪਲੀਟ ਕਰੋ। ਸਰ ਇੱਕ ਵਾਰ ਥਰਡ ਵਾਲਾ ਦੱਸਿਓ, ਤੁਸੀਂ ਦੱਸ ਰਹੇ ਸੀਗੇ। ਥਰਡ ਵਾਲਾ ਕੰਬੀਨੇਸ਼ਨ ਹੁੰਦਾ, ਮੈਂ ਤੁਹਾਨੂੰ ਫੋਟੋ ਸੈਂਡ ਕਰ ਦਿੰਦਾ ਹਿੰਟ ਦੇ ਕੇ। ਓਕੇ ਸਰ। ਕੱਲ ਡਿਸਕਸ ਕਰ ਲਾਂਗੇ। सर जी गुड इवनिंग।